हेलो एवरीवन। कोविड-19 पैंडेमिक और लॉकडाउन्स की वजह से बहुत सारी इंडियन फैमिलीज इमोशनली, फाइनेंशियली सफर कर रही हैं। ऐसे टाइम में इफ यू हैव द ड्रीम ऑफ बिकमिंग एन आईएएस और आईपीएस ऑफिसर, तो हर फैमिली लाखों रुपए नहीं स्पेंड कर सकती। सो एज एन एजुकेशन वेंचर वी आर ट्राइंग टू स्टार्ट एन इनिशिएटिव जिसमें हम ऐसी सभी फैमिलीज को सपोर्ट करने की कोशिश करेंगे। फ्रॉम द सेफ्टी एंड कंफर्ट ऑफ योर होम यू कैन ग्रैब दिस अपॉर्चुनिटी, एंड इफ यू आर प्रिपेयरिंग फॉर 2023 or 2024 यूपीएससी अटेम्प्ट, यू कैन रजिस्टर ऑन द लिंक गिवन बिलो। इस लिंक पर आपको सबसे पहले ये क्या इनिशिएटिव है इसके बारे में हम जानकारी देंगे। वी आर गोइंग टू अनाउंस अबाउट दिस इनिशिएटिव ऑन आवर सोशल मीडिया प्लेटफॉर्म्स एज वेल। टेलीग्राम चैनल लॉन्चपैड एजुकेशन पर भी हम इसकी अनाउंसमेंट करेंगे। लेकिन इफ यू आर द रजिस्टर्ड स्टूडेंट यूजिंग द लिंक बिलो इन द डिस्क्रिप्शन ऑफ दिस वीडियो, तो आपको सबसे पहले ये मौका मिलेगा। एंड इफ देयर आर लिमिटेड सीट्स यू कैन ग्रैब दिस अपॉर्चुनिटी ऑन फर्स्ट कम फर्स्ट सर्व बेसिस। तो अगर आप आईएएस की तैयारी करने का प्लान कर रहे हो लेकिन फाइनेंशियल ट्रबल्स की वजह से आप स्टार्ट नहीं कर पा रहे, तो आपको इस लिंक पर रजिस्टर करना है। एंड दीज आर नॉट गोइंग टू बी बिग फेक मार्केटिंग स्लोगन्स। वट एवर वी आर गोइंग टू प्रॉमिस हम वो डिलीवर करेंगे, एंड वी विल मेक श्योर दैट लैक ऑफ मनी आपकी तैयारी ना करने का बहाना ना बन पाए। ਵੈਲਕਮ ਟੂ ਲਾਂਚਪੈਡ ਐਜੂਕੇਸ਼ਨ ਪੰਜਾਬ। ਮਾਈ ਨੇਮ ਇਜ਼ ਸੁਮਿਤ। ਇਸ ਵੀਡੀਓ 'ਚ ਅਸੀਂ ਪੰਜਾਬ ਦਾ ਇੱਕ ਇੰਪੋਰਟੈਂਟ ਕਰੰਟ ਅਫੇਅਰ ਡਿਸਕਸ ਕਰਾਂਗੇ, ਪੰਜਾਬ ਦਾ ਇੱਕ ਇੰਪੋਰਟੈਂਟ ਇਵੈਂਟ ਡਿਸਕਸ ਕਰਾਂਗੇ। ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਨੂੰ ਇਨੋਗਰੇਟ ਕੀਤਾ। ਇਹ ਮੈਮੋਰੀਅਲ ਕਿੱਥੇ ਇਨੋਗਰੇਟ ਕੀਤਾ ਗਿਆ ਹੈ, ਕਿੰਨੇ ਏਰੀਆ ਦੇ ਵਿੱਚ ਇਹ ਮੈਮੋਰੀਅਲ ਬਣਿਆ ਹੈ, ਸ਼ਹੀਦ ਊਧਮ ਸਿੰਘ ਜੀ ਦੀ ਲਾਈਫ ਦੇ ਬਾਰੇ ਅਸੀਂ ਕੁਝ ਚੀਜ਼ਾਂ ਡਿਸਕਸ ਕਰਾਂਗੇ ਕਿਉਂਕਿ ਇਹ ਕਰੰਟ ਇਵੈਂਟ ਹੁਣੇ ਹੋਇਆ। ਸੋ ਪੰਜਾਬ ਦੇ ਆਉਣ ਵਾਲੇ ਐਗਜ਼ਾਮਸ ਵਾਸਤੇ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੋ ਸ਼ਹੀਦ ਊਧਮ ਸਿੰਘ ਮੈਮੋਰੀਅਲ ਦੀ ਇਨੋਗਰੇਸ਼ਨ ਨਾਲ ਰਿਲੇਟਡ ਇਹ ਵੀਡੀਓ ਹੈ ਲਾਂਚਪੈਡ ਐਜੂਕੇਸ਼ਨ ਪੰਜਾਬ ਤੇ। ਇਸ ਚੈਨਲ ਦੇ ਉੱਤੇ ਤੁਸੀਂ ਪੰਜਾਬ ਤੇ ਹੋਰ ਗਵਰਨਮੈਂਟ ਐਗਜ਼ਾਮਸ ਵਾਸਤੇ ਕੁਝ ਬੇहद ਇੰਪੋਰਟੈਂਟ ਵੀਡੀਓਜ਼ ਫ੍ਰੀ ਆਫ ਕਾਸਟ ਦੇਖ ਸਕਦੇ ਹੋ। ਸੋ ਟੂ ਸੀ ਥੀਸ ਵੀਡੀਓਜ਼ ਯੂ ਸ਼ੁਡ ਸਬਸਕ੍ਰਾਈਬ ਟੂ ਲਾਂਚਪੈਡ ਐਜੂਕੇਸ਼ਨ ਪੰਜਾਬ, ਐਂਡ ਵੀ ਵਿਲ ਟਰਾਈ ਟੂ ਪੋਸਟ ਵੀਡੀਓਜ਼ ਦੈਟ ਮੇਕਸ ਯੋਰ ਪ੍ਰੈਪਰੇਸ਼ਨ ਈਜ਼ੀ। ਤੁਹਾਡੀ ਪ੍ਰੈਪਰੇਸ਼ਨ ਆਸਾਨ ਹੋਵੇ, ਇਹ ਸਾਡੀ ਕੋਸ਼ਿਸ਼ ਹੈ। ਸੋ ਸਟਾਰਟ ਕਰਦੇ ਹਾਂ ਇਸ ਇਵੈਂਟ ਨੂੰ ਡਿਸਕਸ ਕਰਨਾ। ਫਾਈਨਲੀ ਇਹ ਮੈਮੋਰੀਅਲ ਹੈਜ਼ ਬੀਨ ਇਨੋਗਰੇਟਡ। ਕਾਫੀ ਸਾਲਾਂ ਤੋਂ ਇਸ ਮੈਮੋਰੀਅਲ ਦੀ ਗੱਲ ਚੱਲ ਰਹੀ ਸੀ। ਈਵਨ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 2016 ਦੇ ਵਿੱਚ ਇਸ ਮੈਮੋਰੀਅਲ ਨੂੰ ਇਨੋਗਰੇਟ ਕੀਤਾ ਸੀ, ਐਂਡ ਫਾਈਨਲੀ ਕਈ ਸਾਲਾਂ ਬਾਅਦ, ਕਰੀਬ 5 ਸਾਲਾਂ ਬਾਅਦ ਇਹ ਬਣ ਕੇ ਤਿਆਰ ਹੋਇਆ। ਐਂਡ ਇਸ ਨੂੰ ਇਨੋਗਰੇਟ ਕੀਤਾ ਹੈ ਪੰਜਾਬ ਦੇ ਚੀਫ ਮਿਨਿਸਟਰ, ਪ੍ਰੈਜ਼ੈਂਟ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਨੇ। ਐਂਡ ਸੁਨਾਮ ਦੇ ਵਿੱਚ ਇਹ ਮੈਮੋਰੀਅਲ ਬਣਾਇਆ ਗਿਆ। ਸੁਨਾਮ ਸ਼ਹੀਦ ਊਧਮ ਸਿੰਘ ਜੀ ਦੀ ਨੇਟਿਵ ਪਲੇਸ ਸੀ। ਸੁਨਾਮ ਤੋਂ ਉਹ ਬਿਲੋਂਗ ਕਰਦੇ ਸੀ। ਸੁਨਾਮ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਲੋਕੇਟਡ ਹੈ, ਜਿੱਥੇ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਹੋਇਆ, ਤੇ ਇਸ ਧਰਤੀ ਨਾਲ ਉਹ ਬਿਲੋਂਗ ਕਰਦੇ ਸੀ। ਐਂਡ 4 ਏਕੜ ਦੇ ਵਿੱਚ ਇਹ ਮੈਮੋਰੀਅਲ ਬਣਿਆ, ਐਂਡ ਇਟ ਹੈਜ਼ ਬੀਨ ਕੰਸਟਰਕਟਡ ਬਾਈ ਦ ਪੰਜਾਬ ਗਵਰਨਮੈਂਟ ਐਟ ਸੁਨਾਮ। ਊਧਮ ਸਿੰਘ ਵਾਲਾ ਵੀ ਆਪਾਂ ਇਹਨੂੰ ਕਹਿੰਦੇ ਹਾਂ ਹੁਣ। ਐਂਡ 2.61 ਕਰੋੜ ਦੀ ਲਾਗਤ ਨਾਲ ਇਹ ਮੈਮੋਰੀਅਲ ਬਣਾਇਆ ਗਿਆ। ਇਹ ਰਾਮਵੀਰ ਜੋ ਡੀਸੀ ਨੇ ਸੰਗਰੂਰ ਦੇ ਪ੍ਰੈਜ਼ੈਂਟ, ਉਹਨਾਂ ਨੇ ਦੱਸਿਆ। ਐਂਡ ਇਸ ਤੋਂ ਪਹਿਲੇ ਵੀ ਸ਼ਹੀਦ ਊਧਮ ਸਿੰਘ ਜੀ ਦੇ ਯਾਦਗਾਰ ਦੇ ਵਿੱਚ ਇੱਕ ਛੋਟਾ ਹਾਊਸ ਮੈਮੋਰੀਅਲ ਦੇ ਤੌਰ 'ਤੇ ਕਨਵਰਟ ਕੀਤਾ ਗਿਆ ਸੀ, ਬਟ ਇਸ ਲੈਵਲ ਦਾ ਇੱਕ ਮੈਮੋਰੀਅਲ ਹੁਣ ਤੱਕ ਨਹੀਂ ਬਣਿਆ ਸੀ। ਇਸ ਮੈਮੋਰੀਅਲ ਦੇ ਵਿੱਚ ਇੱਕ ਕਾਪਰ ਸਟੈਚੂ ਬਣਾਇਆ ਗਿਆ, ਜਿਹੜਾ ਤੁਸੀਂ ਇਸ ਇਮੇਜ ਦੇ ਵਿੱਚ ਦੇਖ ਵੀ ਸਕਦੇ ਹੋ। ਐਂਡ ਇੱਥੇ ਇੱਕ ਮਿਊਜ਼ੀਅਮ ਬਣਾਇਆ ਜਾਏਗਾ, ਇੱਥੇ ਕੈਫੇਟੇਰੀਆ ਬਣਾਇਆ ਜਾਏਗਾ, ਅਤੇ ਹੋਰ ਟੂਰਿਜ਼ਮ ਵਾਸਤੇ, ਟੂਰਿਸਟ ਵਾਸਤੇ ਫੈਸਿਲਿਟੀਜ਼ ਬਣਾਈਆਂ ਜਾਣਗੀਆਂ, ਸੋ ਦੈਟ ਜ਼ਿਆਦਾ ਤੋਂ ਜ਼ਿਆਦਾ ਟੂਰਿਸਟ ਇੱਥੇ ਆ ਸਕਣ ਅਤੇ ਆਪਣੀ ਵਿਰਾਸਤ ਨੂੰ, ਆਪਣੇ ਇਤਿਹਾਸ ਨੂੰ ਜਾਣ ਸਕਣ। ਸੋ ਨਾਓ ਲੈਟ ਅਸ ਸੀ ਸ਼ਹੀਦ ਊਧਮ ਸਿੰਘ ਜੀ ਦੇ ਜ਼ਿੰਦਗੀ ਬਾਰੇ ਕੁਝ ਅਸੀਂ ਜਾਣ ਲੈਂਦੇ ਹਾਂ। ਸ਼ਹੀਦ ਊਧਮ ਸਿੰਘ ਜੀ ਦਾ ਜਨਮ ਹੋਇਆ ਸੁਨਾਮ ਦੇ ਵਿੱਚ, ਜਿਹੜਾ ਪ੍ਰੈਜ਼ੈਂਟ ਪੰਜਾਬ ਦੇ ਪੋਸਟ ਇੰਡੀਪੈਂਡੈਂਸ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੈ। ਉਹਨਾਂ ਦਾ ਜਨਮ 1899 ਵਿੱਚ ਹੋਇਆ, ਐਂਡ ਉਹ ਇੱਕ ਪੋਲੀਟੀਕਲ ਐਕਟਿਵਿਸਟ ਸੀਗੇ, ਕਾਫੀ ਐਕਟਿਵ ਸੀ ਪੋਲੀਟਿਕਸ ਨਾਲ ਰਿਲੇਟਡ ਉਸ ਸਮੇਂ ਦੀ, ਜਦੋਂ ਆਜ਼ਾਦੀ ਦਾ ਸੰਗਰਾਮ ਚੱਲ ਰਿਹਾ ਸੀ। ਐਂਡ ਉਹ ਗਦਰ ਪਾਰਟੀ ਨਾਲ ਵੀ ਐਸੋਸੀਏਟ ਹੋਏ, ਜਿਹੜੀ ਯੂਐਸ ਦੇ ਵਿੱਚ ਬਣੀ ਸੀ, ਇੱਕ ਪਾਰਟੀ ਜਿਹਨੇ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ। ਹੋਰ ਵੀ ਬਹੁਤ ਸਾਰੇ ਪੰਜਾਬੀ ਇਸ ਪਾਰਟੀ ਨਾਲ ਜੁੜੇ ਹੋਏ ਸੀ। ਸੋ ਪੰਜਾਬ ਵਾਸਤੇ ਤਾਂ ਬਹੁਤ ਇੰਪੋਰਟੈਂਟ ਹੈ ਹਿਸਟਰੀ ਦਾ ਇਹ ਆਸਪੈਕਟ, ਗਦਰ ਪਾਰਟੀ ਅਤੇ ਗਦਰ ਲਹਿਰ। ਅੱਜ ਵੀ ਪੰਜਾਬ ਦੇ ਵਿੱਚ ਗਦਰੀ ਬਾਬਿਆਂ ਦੇ ਮੇਲੇ ਲੱਗਦੇ ਨੇ। ਸੋ ਹਮੇਸ਼ਾ ਕੋਈ ਵੀ ਪਰਸਨੈਲਿਟੀ ਜਿਹੜੀ ਗਦਰ ਮੂਵਮੈਂਟ ਦੇ ਨਾਲ, ਗਦਰ ਪਾਰਟੀ ਦੇ ਨਾਲ ਰਿਲੇਟਡ ਆ, ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ। ਸੋ ਸ਼ਹੀਦ ਊਧਮ ਸਿੰਘ ਜੀ ਦਾ ਵੀ ਕਨੈਕਸ਼ਨ ਸੀ ਗਦਰ ਪਾਰਟੀ ਨਾਲ। ਐਂਡ ਇਹ ਪਾਰਟੀ ਇੱਕ ਮਲਟੀ ਐਥਨਿਕ ਪਾਰਟੀ ਸੀ, ਬਹੁਤ ਸੈਕੂਲਰ ਪਾਰਟੀ ਸੀ। ਇਹਦੇ ਵਿੱਚ ਧਰਮ ਦਾ ਕੋਈ ਵੀ ਭੇਦਭਾਵ ਕਰਨਾ ਬਿਲਕੁਲ ਵੀ ਅਲਾਊਡ ਨਹੀਂ ਸੀ।
ਸਾਰੇ ਮਜ਼ਹਬਾਂ ਦੇ ਲੋਕ ਇੱਥੇ ਇਸ ਪਾਰਟੀ ਦੇ ਵਿੱਚ ਸ਼ਾਮਿਲ ਸੀ ਤੇ ਉਹ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੀ ਬ੍ਰਿਟਿਸ਼ ਹਕੂਮਤ ਸੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਸੀ, ਇੰਡੀਆ ਦੇ ਵਿੱਚ ਰਾਜ ਕਰ ਰਹੀ ਸੀ ਇਨਫੈਕਟ, ਉਹਦਾ ਤਖਤਾ ਪਲਟ ਕਰਨਾ, ਇੱਕ ਰਿਵੋਲਟ ਲੈ ਕੇ ਆਉਣਾ। ਜਿੰਨੇ ਵੀ ਇੰਡੀਅਨ ਸੋਲਜਰਸ ਬ੍ਰਿਟੇਨ ਵਾਸਤੇ ਕੰਮ ਕਰ ਰਹੇ ਸੀ ਇੰਡੀਆ ਦੇ ਵਿੱਚ, ਉਹਨਾਂ ਨੂੰ ਨਾਲ ਰਲਾ ਕੇ ਇੱਕ ਰਿਵੋਲਟ ਲੈ ਕੇ ਆਉਣਾ। ਦੈਟ ਵਾਜ਼ ਦ ਪਰਪਸ, ਬੇਸਿਕ ਪਰਪਸ ਆਫ ਦਿਸ ਗਦਰ ਮੂਵਮੈਂਟ। ਐਂਡ ਇਹ ਪਾਰਟੀ ਬਣਾਈ ਗਈ ਸੀ, ਇਹਦੇ ਫਾਊਂਡਰ ਸੀ ਸੋਹਣ ਸਿੰਘ ਭਕਨਾ। 1913 ਦੇ ਵਿੱਚ ਇਹ ਪਾਰਟੀ ਬਣੀ ਸੀ, ਗਦਰ ਪਾਰਟੀ। ਐਂਡ ਆਫਟਰ ਦੈਟ ਵਰਲਡ ਵਾਰ ਜਦੋਂ ਸਟਾਰਟ ਹੋਈ ਹੈ ਪਹਿਲੀ, ਉਦੋਂ ਗਦਰ ਪਾਰਟੀ ਨੂੰ ਇੱਕ ਮੌਕਾ ਮਿਲ ਗਿਆ ਤੇ ਉਹਨਾਂ ਨੇ ਆਪਣੀ ਐਕਟੀਵਿਟੀਜ਼ ਨੂੰ ਜਲਦੀ ਆਰਗੇਨਾਈਜ਼ ਕੀਤਾ ਤੇ ਕੋਸ਼ਿਸ਼ ਕੀਤੀ ਕਿ ਉਹ ਇੱਕ ਰੈਵੋਲੂਸ਼ਨ ਲੈ ਕੇ ਆਉਣ ਤੇ ਇੰਡੀਆ ਦੇ ਵਿੱਚ ਬ੍ਰਿਟਿਸ਼ ਰੂਲ ਨੂੰ ਖਤਮ ਕਰਨ। ਹਾਲਾਂਕਿ ਉਹ ਬਹੁਤਾ ਸਕਸੈਸਫੁਲ ਨਹੀਂ ਹੋ ਪਾਇਆ। ਗਦਰ ਪਾਰਟੀ ਇੱਕ ਕੈਲੀਫੋਰਨੀਆ ਬੇਸਡ ਇੱਕ ਪਾਰਟੀ ਸੀ ਜਿਹਦੇ ਨਾਲ ਸ਼ਹੀਦ ਊਧਮ ਸਿੰਘ ਜੁੜੇ ਹੋਏ ਸੀ। ਊਧਮ ਸਿੰਘ ਜੀ ਦੀ ਲਾਈਫ ਦੇ ਵਿੱਚ ਇੱਕ ਵੱਡਾ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਦੇ ਵਿੱਚ ਕਤਲੇਆਮ ਕੀਤਾ ਗਿਆ ਤੇ ਕਾਫੀ ਇੰਡੀਅਨਸ, ਬੱਚੇ, ਔਰਤਾਂ ਨੂੰ ਮਾਰ ਦਿੱਤਾ ਗਿਆ। ਇਹਦਾ ਬਹੁਤ ਵੱਡਾ ਇੰਪੈਕਟ ਪਿਆ ਊਧਮ ਸਿੰਘ ਜੀ ਦੀ ਲਾਈਫ ਤੇ। ਮਾਈਕਲ ਓਡਵਾਇਰ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸੀ ਪੰਜਾਬ ਦੇ, ਤੇ ਜਨਰਲ ਡਾਇਰ ਤੇ ਮਾਈਕਲ ਓਡਵਾਇਰ ਇਹ ਦੋ ਡਿਫਰੈਂਟ ਪਰਸਨੈਲਿਟੀਜ਼ ਨੇ। ਉੱਥੇ ਜਾ ਕੇ ਐਕਸੀਕਿਊਸ਼ਨ ਜਿਹੜੀ ਕੀਤੀ ਸੀ ਜਲਿਆਂਵਾਲਾ ਬਾਗ ਮੈਸੇਕਰ ਦੀ, ਉਹ ਕੀਤੀ ਸੀ ਜਨਰਲ ਡਾਇਰ ਨੇ। ਲੇਕਿਨ ਉਸ ਸਮੇਂ ਦੇ ਜਿਹੜੇ ਲੈਫਟੀਨੈਂਟ ਗਵਰਨਰ ਸੀ ਉਹ ਸੀ ਮਾਈਕਲ ਓਡਵਾਇਰ, ਤੇ ਇਹਨਾਂ ਨੂੰ ਅਸੈਸੀਨੇਟ ਕੀਤਾ ਸੀ, ਇਹਨਾਂ ਨੂੰ ਮਾਰਿਆ ਸੀ ਊਧਮ ਸਿੰਘ ਨੇ ਲੰਡਨ ਜਾ ਕੇ। ਸੋ 1934 ਦੇ ਵਿੱਚ ਊਧਮ ਸਿੰਘ ਲੰਡਨ ਗਏ ਤੇ ਉਹਨਾਂ ਦਾ ਮਕਸਦ ਸੀ 1919 ਵਾਲੇ ਜਲਿਆਂਵਾਲਾ ਬਾਗ ਮੈਸੇਕਰ ਦਾ ਬਦਲਾ ਲੈਣਾ। ਬਿਕੋਜ਼ ਊਧਮ ਸਿੰਘ ਹੀ ਕੰਸੀਡਰਡ ਓਡਵਾਇਰ ਟੂ ਬੀ ਰਿਸਪੌਂਸਿਬਲ ਫॉर ਦਿਸ ਮੈਸੇਕਰ। ਐਂਡ ਐਜ਼ ਪਰ ਅ ਬੁੱਕ, ਇੱਕ ਕਿਤਾਬ ਦੇ ਅਨੁਸਾਰ, ਅ ਪੇਸ਼ੈਂਟ ਅਸੈਸਿਨ ਇਸ ਕਿਤਾਬ ਦਾ ਨਾਮ ਹੈ ਤੇ ਇਹਨੂੰ ਲਿਖਿਆ ਅਨੀਤਾ ਆਨੰਦ ਜੀ ਨੇ। ਤੇ ਉਹ ਕਹਿੰਦੇ ਨੇ ਕਿ ਮਾਈਕਲ ਓਡਵਾਇਰ ਆਰਡਰਡ ਬ੍ਰਿਗੇਡੀਅਰ ਡਾਇਰ ਟੂ ਅੰਮ੍ਰਿਤਸਰ ਬਿਫੋਰ ਦ ਮੈਸੇਕਰ। ਸੋ ਇਹ ਆਰਡਰ ਜਿਹੜਾ ਸੀ ਉਹ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੇ ਹੀ ਦਿੱਤਾ ਸੀ। ਸੋ ਅਲਟੀਮੇਟਲੀ ਤਾਂ ਇਹੀ ਰਿਸਪੌਂਸਿਬਲ ਸੀ। ਸੋ ਇਹ ਬੁੱਕ ਦਾ ਵੀ ਇਹੀ ਵਿਊ ਹੈ ਤੇ ਊਧਮ ਸਿੰਘ ਜੀ ਨੂੰ ਇਹੀ ਲੱਗਦਾ ਸੀ। ਐਂਡ ਇਹਦਾ ਕਾਰਨ ਕੀ ਸੀ ਕਿ ਇੰਨਾ ਇੱਕ ਹਾਰਸ਼ ਐਕਸ਼ਨ ਲਿੱਤਾ ਗਿਆ? ਇਹਦਾ ਕਾਰਨ ਇਹ ਸੀ ਕਿ ਇੱਕ ਸੈਕਿੰਡ ਮਿਊਟਨੀ ਇੰਡੀਆ ਦੇ ਵਿੱਚ ਹੋ ਸਕਦੀ ਹੈ, ਇਹਦਾ ਡਰ ਸੀ ਮਾਈਕਲ ਓਡਵਾਇਰ ਨੂੰ। ਪਹਿਲੀ ਮਿਊਟਨੀ ਕਦੋਂ ਹੋਈ ਸੀ? ਰਿਵੋਲਟ ਆਫ 1857 ਨੂੰ ਅਸੀਂ ਪਹਿਲੀ ਮਿਊਟਨੀ ਮੰਨਦੇ ਹਾਂ। ਤੇ ਉਹ ਇੰਨੀ ਖਤਰਨਾਕ ਸੀ ਕਿ ਕਰੀਬ 2-2.5 ਸਾਲ ਲੱਗ ਗਏ ਸੀ ਬ੍ਰਿਟਿਸ਼ ਹਕੂਮਤ ਨੂੰ ਆਪਣਾ ਰਾਜ ਵਾਪਸ ਆਪਣੇ ਕਬਜ਼ੇ ਦੇ ਵਿੱਚ ਲੈਂਦਿਆਂ। ਸੋ ਐਸੀ ਇੱਕ ਮਿਊਟਨੀ ਦੁਬਾਰਾ ਨਾ ਹੋਵੇ, ਉਸੇ ਟਾਈਮ ਤੋਂ 1857 ਤੋਂ ਹੀ ਬ੍ਰਿਟਿਸ਼ਰਸ ਕਾਫੀ ਕੌਨਸ਼ੀਅਸ ਸੀਗੇ, ਬਹੁਤ ਜ਼ਿਆਦਾ ਕੌਸ਼ੀਅਸ ਸੀਗੇ ਕਿ ਦੁਬਾਰਾ ਇਹੋ ਜਿਹੀ ਕ੍ਰਾਂਤੀ ਨਾ ਹੋ ਪਾਏ। ਕਿਉਂਕਿ ਜੇ ਇੱਕ ਆਰਗੇਨਾਈਜ਼ਡ ਰਿਵੋਲਟ ਹੋ ਗਿਆ ਤੇ ਸ਼ਾਇਦ ਉਹਨਾਂ ਦਾ ਜਿਹੜਾ ਰਾਜ ਸੀ ਉਹ ਬਹੁਤ ਜਲਦੀ ਖਤਮ ਹੋ ਜਾਂਦਾ। ਐਂਡ ਇਹਦੇ ਵਾਸਤੇ ਇਹ ਜਿਹੜੀ ਮਿਊਟਨੀ ਹੋ ਸਕਦੀ ਸੀ, ਇਹਦਾ ਸਭ ਤੋਂ ਵੱਡਾ ਜਿਹੜਾ ਫੈਕਟਰ ਬਣ ਸਕਦਾ ਸੀ ਉਹ ਸੀ ਹਿੰਦੂ ਮੁਸਲਿਮ ਯੂਨਿਟੀ ਇਨ ਇੰਡੀਆ। 1857 ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਏਗਾ ਕਿ ਹਿੰਦੂ ਮੁਸਲਿਮ ਯੂਨਿਟੀ ਇੱਕ ਬਹੁਤ ਵੱਡਾ ਫੈਕਟਰ ਸੀ। ਦੋਨੋਂ ਕਮਿਊਨਿਟੀਜ਼ ਜਿਹੜੀਆਂ ਸਭ ਤੋਂ ਵੱਡੀਆਂ ਕਮਿਊਨਿਟੀਜ਼ ਸੀਗੀਆਂ ਉਸ ਸਮੇਂ ਦੀਆਂ ਵੀ ਅੱਜ ਦੀਆਂ ਵੀ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ, ਇਹਨਾਂ ਦੋਵਾਂ ਨੇ ਰਲ ਕੇ ਅੰਗਰੇਜ਼ਾਂ ਦੇ ਖਿਲਾਫ ਇੱਕ ਰਿਵੋਲਟ ਕਰ ਦਿੱਤਾ ਸੀ। ਫਿਰ ਉਸ ਸਮੇਂ ਵਰਲਡ ਵਾਰ 1 ਚੱਲ ਰਹੀ ਸੀ ਜਿਹੜੀ 1914 ਤੋਂ 1918 ਤੱਕ ਹੋਈ। ਐਂਡ 1919 ਦੇ ਵਿੱਚ ਉਹਦੇ ਪੀਸ ਟ੍ਰੀਟੀਜ਼ ਵਗੈਰਾ ਸਾਈਨ ਕੀਤੀਆਂ ਗਈਆਂ ਨੇ। ਸੋ ਵਰਲਡ ਵਾਰ ਦੇ ਵਿੱਚ ਇੰਡੀਅਨਸ ਹੋਰ ਜ਼ਿਆਦਾ ਦੁਖੀ ਸੀ, ਕੁਝ ਫੋਰਸ ਰਿਕਰੂਟਮੈਂਟ ਕੀਤੀ ਜਾ ਰਹੀ ਸੀ ਬ੍ਰਿਟਿਸ਼ ਆਰਮੀ ਵਾਸਤੇ। ਵਰਲਡ ਵਾਰ ਦੇ ਵਿੱਚ ਲੜਨ ਵਾਸਤੇ ਪੰਜਾਬੀਆਂ ਦੀ ਰਿਕਰੂਟਮੈਂਟ ਜ਼ਬਰਦਸਤੀ ਕੀਤੀ ਜਾ ਰਹੀ ਸੀ ਤੇ ਹੋਰ ਵੀ ਉਸ ਟਾਈਮ ਤੇ ਪ੍ਰਾਈਸ ਬਹੁਤ ਵਧੇ ਹੋਏ ਸੀ, ਇਕਨੋਮੀ ਬਹੁਤ ਅੱਛਾ ਨਹੀਂ ਕਰ ਰਹੀ ਸੀ ਤੇ ਲੋਕ ਬੜੇ ਤੰਗ ਸੀ। ਸੋ ਇਹ ਡੈਮੋਨਸਟ੍ਰੇਸ਼ਨਸ ਕਰ ਰਹੇ ਸੀ। ਸੋ ਜਨਰਲ ਫਰਸਟ੍ਰੇਸ਼ਨ ਵੀ ਸੀ, ਇਹ ਵੀ ਇੱਕ ਡਰ ਦਾ ਕਾਰਨ ਸੀ। ਮਾਈਕਲ ਓਡਵਾਇਰ ਨੇ ਆਰਡਰ ਦਿੱਤਾ ਜਨਰਲ ਡਾਇਰ ਨੂੰ, ਐਂਡ ਮਾਈਕਲ ਓਡਵਾਇਰ ਨੂੰ ਹੀ ਅਸਲੀ ਐਕਚੁਅਲ ਪਰਪੈਟਰੇਟਰ ਮੰਨਿਆ ਜਾਂਦਾ ਹੈ। ਅਸਲ ਦੇ ਵਿੱਚ ਜਿਹੜਾ ਬੰਦਾ ਰਿਸਪੌਂਸਿਬਲ ਸੀ ਜਲਿਆਂਵਾਲਾ ਬਾਗ ਵਾਸਤੇ ਉਹ ਮਾਈਕਲ ਓਡਵਾਇਰ ਸੀ। ਐਂਡ ਅਕੋਰਡਿੰਗ ਟੂ ਦ ਲੈਜੈਂਡ, ਊਧਮ ਸਿੰਘ ਜਲਿਆਂਵਾਲਾ ਬਾਗ ਦੇ ਟਾਈਮ ਤੇ 19 ਸਾਲਾਂ ਦੇ ਸੀ ਤੇ ਉਹਨਾਂ ਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਇੰਪੈਕਟ ਪਿਆ ਇਸ ਚੀਜ਼ ਦਾ। ਤੇ ਉਹ ਅਗਲੇ ਦਿਨ ਜਲਿਆਂਵਾਲਾ ਬਾਗ ਗਏ, ਉੱਥੋਂ ਦੀ ਜਿਹੜੀ ਖੂਨ ਨਾਲ ਮਿਲੀ ਹੋਈ ਮਿੱਟੀ ਸੀ ਉਹਨਾਂ ਨੇ ਆਪਣੇ ਮੱਥੇ ਤੇ ਲਾਈ। ਐਂਡ ਉਸ ਟਾਈਮ ਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਉਹ ਇਸ ਜਲਿਆਂਵਾਲਾ ਸਾਕੇ ਦਾ, ਇਸ ਕਤਲੇਆਮ ਦਾ ਬਦਲਾ ਲੈਣਗੇ। ਸੋ 1940 ਦੇ ਵਿੱਚ ਉਹਨਾਂ ਨੇ ਓਡਵਾਇਰ ਨੂੰ ਜਾ ਕੇ ਗੋਲੀ ਮਾਰੀ। 1934 ਦੇ ਵਿੱਚ ਉਹ ਲੰਡਨ ਪਹੁੰਚੇ ਸੀ। 1919 ਦੇ ਵਿੱਚ ਉਹਨਾਂ ਨੇ ਆਪਣੇ ਨਾਲ ਇੱਕ ਪ੍ਰੋਮਿਸ ਕੀਤਾ ਸੀ ਐਂਡ ਇੱਕ ਮੀਟਿੰਗ ਚੱਲ ਰਹੀ ਸੀ ਈਸਟ ਇੰਡੀਆ ਐਸੋਸੀਏਸ਼ਨ ਦੀ ਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ, ਕੈਕਸਟਨ ਹਾਲ ਲੰਡਨ ਦੇ ਵਿੱਚ, ਜਿੱਥੇ ਉਹਨਾਂ ਨੇ ਮਾਈਕਲ ਓਡਵਾਇਰ ਨੂੰ ਗੋਲੀ ਮਾਰੀ ਤੇ ਆਪਣੇ ਆਪ ਨੂੰ ਉਹਨਾਂ ਨੇ ਅਰੈਸਟ ਕਰਵਾ ਲਿਆ। ਦੈਨ ਬ੍ਰਿਟਿਸ਼ ਇਨਜਸਟਿਸ ਦੇ ਖਿਲਾਫ ਉਹਨਾਂ ਦੀ ਜੰਗ ਇਸ ਤੋਂ ਬਾਅਦ ਵੀ ਜਾਰੀ ਰਹੀ। ਅਰੈਸਟ ਹੋਣ ਤੋਂ ਬਾਅਦ ਉਹਨਾਂ ਨੇ ਪ੍ਰਿਜ਼ਨ ਦੇ ਵਿੱਚ ਜਿਸ ਤਰੀਕੇ ਨਾਲ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ ਸੀ, ਉਸੇ ਤਰੀਕੇ ਨਾਲ ਇੱਕ ਹੰਗਰ ਸਟ੍ਰਾਈਕ ਕੀਤੀ। 36 ਦਿਨਾਂ ਤੱਕ ਉਹਨਾਂ ਨੇ ਇਹ ਭੁੱਖ ਹੜਤਾਲ ਜਾਰੀ ਰੱਖੀ। ਐਂਡ ਪੁਲਿਸ ਜਿਸ ਤਰੀਕੇ ਨਾਲ ਪੋਲੀਟੀਕਲ ਪ੍ਰਿਜ਼ਨਰਸ ਨੂੰ ਪ੍ਰਿਜ਼ਨ ਦੇ ਵਿੱਚ ਟਰੀਟ ਕਰਦੀ ਆ, ਉਹਦੇ ਖਿਲਾਫ ਇਹ ਉਹਨਾਂ ਦੀ ਸਟ੍ਰਾਈਕ ਸੀ। ਐਂਡ ਪੁਲਿਸ ਸਟੇਟਮੈਂਟਸ ਦੇ ਵਿੱਚ ਤੇ ਕੋਰਟ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਨੂੰ
ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ। ਉਹਨਾਂ ਨੇ ਆਪਣੇ ਆਪ ਨੂੰ ਊਧਮ ਸਿੰਘ ਨਹੀਂ ਦੱਸਿਆ, ਉਹਨਾਂ ਨੇ ਆਪਣਾ ਇੱਕ ਨਾਮ ਕ੍ਰੀਏਟ ਕਰ ਲਿਆ ਐਂਡ ਦੈਟ ਵਾਸ ਰਾਮ ਮੁਹੰਮਦ ਸਿੰਘ ਆਜ਼ਾਦ, ਬਿਕੋਜ਼ ਉਸ ਸਮੇਂ ਦੀ ਬ੍ਰਿਟਿਸ਼ ਹਕੂਮਤ ਕੋਸ਼ਿਸ਼ ਕਰ ਰਹੀ ਸੀ ਇੰਡੀਅਨ ਸੋਸਾਇਟੀ ਨੂੰ ਡਿਫਰੈਂਟ ਫਰੈਗਮੈਂਟਸ ਦੇ ਵਿੱਚ ਡਿਵਾਈਡ ਕਰਨ ਦੀ, ਤੇ ਜਦੋਂ ਇੱਕ ਡਿਵਾਈਡਡ ਸੋਸਾਇਟੀ ਹੋਏਗੀ ਤਾਂ ਉਹਨੂੰ ਰੂਲ ਕਰਨਾ ਸੌਖਾ ਹੋਏਗਾ। ਸੋ ਇਹਦੇ ਖਿਲਾਫ ਇੱਕ ਮੈਸੇਜ ਦਿੰਦਿਆਂ ਹੋਇਆਂ, ਬਿਕੋਜ਼ ਐਵਰੀਬਡੀ ਵਾਸ ਰੀਡਿੰਗ ਨਿਊਜ਼ਪੇਪਰਸ ਬੈਕ ਹੋਮ, ਇੰਡੀਆ ਦੇ ਵਿੱਚ ਇਹ ਲੰਡਨ ਦੇ ਕੇਸ ਬਾਰੇ ਸਾਰੇ ਪੜ੍ਹਨਗੇ ਤੇ ਉਦੋਂ ਇੱਕ ਇਹ ਮੈਸੇਜ ਜਾਏਗਾ ਤੇ ਕਿਸ ਤਰੀਕੇ ਨਾਲ ਕਿ ਇੱਕ ਬੰਦਾ ਜਿਹਨੂੰ ਫਾਂਸੀ ਹੋ ਸਕਦੀ ਹੈ ਉਹ ਆਪਣੇ ਨਾਮ ਨੂੰ ਰਾਮ ਮੁਹੰਮਦ ਸਿੰਘ, ਜਿਹੜੀਆਂ 3 ਵੱਡੀਆਂ ਕਮਿਊਨਿਟੀ ਸੀਗੀਆਂ ਇੰਡੀਆ ਦੇ ਵਿੱਚ ਰਹਿਣ ਵਾਲੀਆਂ, ਹਿੰਦੂ, ਸਿੱਖ ਐਂਡ ਮੁਸਲਿਮ, ਉਹਦੀ ਯੂਨਿਟੀ ਦਾ ਇੱਕ ਸਿੰਬਲ ਦੀ ਤਰ੍ਹਾਂ ਯੂਜ਼ ਕਰ ਰਿਹਾ। ਸੋ ਚਾਹੇ ਭਗਤ ਸਿੰਘ ਸੀ, ਚਾਹੇ ਊਧਮ ਸਿੰਘ ਸੀ, ਉਹ ਆਪਣੇ ਟਰਾਇਲ ਨੂੰ ਵੀ ਇੱਕ ਪੋਲੀਟੀਕਲ ਮੈਸੇਜਿੰਗ ਵਾਸਤੇ ਯੂਜ਼ ਕਰਦੇ ਸੀ। ਐਂਡ ਦੈਨ ਇਨ 1940 ਜੁਲਾਈ 31 ਉਹਨਾਂ ਨੂੰ ਫਾਂਸੀ ਦਿੱਤੀ ਗਈ ਪੈਂਟਨਵਿਲ ਪ੍ਰਿਜ਼ਨ ਦੇ ਵਿੱਚ, ਐਂਡ 1974 ਦੇ ਵਿੱਚ ਉਹਨਾਂ ਦੇ ਜਿਹੜੇ ਰਿਮੇਨ ਸੀ ਉਹ ਵਾਪਸ ਇੰਡੀਆ ਲਿਆਂਦੇ ਗਏ ਐਂਡ ਉਹਨਾਂ ਦਾ ਜਿਹੜਾ ਪਿੰਡ ਸੀ ਸੁਨਾਮ, ਉੱਥੇ ਉਹ ਦਫਨ ਕਰਵਾਏ ਗਏ। ਸੋ ਵਾਟ ਵਾਸ ਦ ਸਟੋਰੀ ਬਿਹਾਈਂਡ ਊਧਮ ਸਿੰਘ ਮੈਮੋਰੀਅਲ। ਨਾਓ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਜਾਣ ਲਿਆ। ਊਧਮ ਸਿੰਘ ਜੀ ਦੇ ਸਟੈਚੂ ਦੀ ਡਿਮਾਂਡ ਜਲਿਆਂਵਾਲਾ ਬਾਗ ਵਿੱਚ ਤੇ ਪਾਰਲੀਮੈਂਟ ਦੇ ਵਿੱਚ, ਜਿਹੜੀ ਇੰਡੀਅਨ ਪਾਰਲੀਮੈਂਟ ਹੈ ਉਹਦੇ ਵਿੱਚ ਲਗਾਉਣ ਦੀ ਡਿਮਾਂਡ ਕਾਫੀ ਸਾਲਾਂ ਤੋਂ ਚੱਲ ਰਹੀ ਸੀ। 2018 ਦੇ ਵਿੱਚ ਇਸ ਡਿਮਾਂਡ ਦਾ ਕੁਝ ਹਿੱਸਾ ਮੰਨ ਲਿਆ ਗਿਆ ਜਦੋਂ ਜਲਿਆਂਵਾਲਾ ਬਾਗ ਦੇ ਵਿੱਚ 2018 ਦੀ ਵਿਸਾਖੀ ਨੂੰ ਊਧਮ ਸਿੰਘ ਜੀ ਦੀ ਜਿਹੜੀ ਮੂਰਤੀ ਸੀ ਉਹ ਲਗਾਈ ਗਈ, ਉੱਥੇ ਇੰਸਟਾਲ ਕੀਤੀ ਗਈ। ਐਂਡ ਦੈਨ ਨਾਓ ਵੀ ਹੈਵ ਅ ਮੈਮੋਰੀਅਲ ਜਿਹੜਾ ਉਹਨਾਂ ਦੇ ਪਿੰਡ ਸੰਗਰੂਰ ਜ਼ਿਲ੍ਹੇ ਪੰਜਾਬ ਦੇ ਵਿੱਚ ਬਣਾਇਆ ਗਿਆ। ਨਾਓ ਦੇਰ ਇਜ਼ ਅ ਸਟੇਟ ਇਨ ਇੰਡੀਆ, ਊਧਮ ਸਿੰਘ ਨਗਰ ਡਿਸਟ੍ਰਿਕਟ ਹੈ ਉਸ ਸਟੇਟ ਦੇ ਵਿੱਚ, ਐਂਡ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ। ਸੋ ਇਫ ਯੂ ਕੈਨ ਟੈਲ ਇਨ ਦ ਕਮੈਂਟ ਸੈਕਸ਼ਨ ਕਿ ਇਹ ਕਿਹੜੀ ਸਟੇਟ ਹੈ ਇੰਡੀਆ ਦੀ ਜਿਨ੍ਹਾਂ ਨੇ ਆਪਣੇ ਇੱਕ ਜ਼ਿਲ੍ਹੇ ਦਾ ਨਾਮ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਤੇ ਰੱਖਿਆ ਹੋਇਆ ਹੈ, ਐਂਡ ਉਸ ਜ਼ਿਲ੍ਹੇ ਦਾ ਨਾਮ ਹੈ ਊਧਮ ਸਿੰਘ ਨਗਰ ਡਿਸਟ੍ਰਿਕਟ, ਐਂਡ ਇਟ ਇਜ਼ ਨਾਟ ਪੰਜਾਬ। ਸੋ ਕਮੈਂਟਸ ਦੇ ਵਿੱਚ ਤੁਸੀਂ ਦੱਸੋ। ਆਫਟਰ ਅ ਫਿਊ ਡੇਜ਼ ਵੀ ਵਿਲ ਆਲਸੋ ਪੋਸਟ ਦ ਆਨਸਰ ਇਨ ਦ ਕਮੈਂਟ ਸੈਕਸ਼ਨ, ਐਂਡ ਫॉर ਮੋਰ ਵੀਡੀਓਜ਼ ਔਨ ਪੰਜਾਬ, ਪੰਜਾਬ ਕਰੰਟ ਅਫੇਅਰਸ, ਪੰਜਾਬ ਦੀ ਜੀਕੇ, ਕੌਂਟ, ਰੀਜ਼ਨਿੰਗ, ਜੋ ਵੀ ਚੀਜ਼ਾਂ ਪੰਜਾਬ ਦੇ ਐਗਜ਼ਾਮਸ ਵਾਸਤੇ, ਪੰਜਾਬ ਸਿਵਲ ਸਰਵਿਸਿਜ਼ ਵਾਸਤੇ ਪੜ੍ਹਨ ਦੀ ਲੋੜ ਹੈ, ਉਹ ਸਾਰਾ ਕੁਝ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲੇਗਾ। ਸੋ ਡੂ ਨਾਟ ਫੋਰਗੇਟ ਟੂ ਸਬਸਕ੍ਰਾਈਬ ਟੂ ਲਾਂਚਪੈਡ ਐਜੂਕੇਸ਼ਨ ਪੰਜਾਬ। ਐਂਡ ਅਗਰ ਤੁਸੀਂ ਨੈਸ਼ਨਲ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੋ, ਫॉर एग्जांपल IAS ਐਂਡ ਅਦਰ ਐਗਜ਼ਾਮਸ ਕੰਡਕਟਡ ਬਾਈ UPSC, then you can subscribe to this channel launchpad education। ਇੱਥੇ ਕਰੰਟ ਅਫੇਅਰਸ, ਮੰਥਲੀ ਕਰੰਟ ਅਫੇਅਰਸ ਐਂਡ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਆ ਰਹੀਆਂ ਨੇ, and you can use these channels to strengthen your preparation. So that was all for this video. Thank you for watching and have a good day.